ਇਹਨਾਂ ਨੇ ਬਿਲਕੁਲ ਉਹਨੂੰ ਰੱਦੀ ਕਰ ਦਿੱਤਾ, ਗਿਰਾ ਦਿੱਤਾ। ਇਹ ਉਹੀ ਪਾਰਟੀ ਆ ਜਿਹੜਾ ਆਪੋਜੀਸ਼ਨ ਵਿੱਚ ਕਹਿੰਦੀ ਸੀ ਜੀ ਵਿਧਾਨ ਸਭਾ ਦੀਆਂ ਸਿਟਿੰਗਸ ਵਧਾਓ, ਸਪੀਕਰ ਸਾਹਿਬ ਸਾਨੂੰ ਬੋਲਣ ਨਹੀਂ ਦਿੰਦੇ, ਅੰਦਰੋਂ ਵਾਕਆਊਟ ਕਰਕੇ ਨੱਠ ਕੇ ਆਉਂਦੇ ਸੀਗੇ। ਵਾਕਆਊਟ ਵੀ ਇੱਥੇ ਨਹੀਂ ਸੀ ਕਰਦੇ ਸੜਕ ਤੱਕ, ਇਹ ਵਾਕਆਊਟ ਉਹ ਪਰੇ ਸੈਕਟਰੀਏਟ ਦੇ ਚੌਂਕ ਤੱਕ ਕਰਦੇ ਸੀ ਕਾਲੇ ਚੋਗੇ ਪਾ ਕੇ, ਸਮਝ ਗਏ। ਇਹ ਉਹ ਬੰਦੇ ਨੇ ਜਿਹੜੇ ਕਹਿੰਦੇ ਸੀ ਜੀ ਸਾਨੂੰ ਵਿਧਾਨ ਸਭਾ 'ਚ ਕੰਮ ਨਹੀਂ ਕਰਨ ਦੇ ਰਹੇ ਚੰਗੀ ਤਰ੍ਹਾਂ ਨਾਲ। ਹੁਣ ਤੁਸੀਂ ਦੱਸੋ ਮੈਨੂੰ ਕਿ ਇਹਨਾਂ ਦੇ ਹੱਥ ਸੱਤਾ ਆ ਗਈ। ਆਹ ਜਿਹੜਾ ਬਜਟ ਇਜਲਾਸ ਆ ਪਹਿਲਾਂ ਮੈਂ ਇਹਦਾ ਡਿਟੇਲ ਕਢਾਈ ਆ, ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ 2017 'ਚ ਪਹਿਲਾ ਬਜਟ ਇਜਲਾਸ ਕਰਾਇਆ ਸੀਗਾ, ਉਦੋਂ ਹੋਈਆਂ ਸੀ 14 ਸਿਟਿੰਗਸ ਵਿਧਾਨ ਸਭਾ ਦੀ, ਹੁਣ ਹੋਈਆਂ ਨੇ ਮਹਿਜ਼ 7 ਸਿਟਿੰਗਸ, ਮਤਲਬ 50% ਟਾਈਮ ਕੱਟ ਦਿੱਤਾ ਵਾ। ਔਰ ਲੈਵਲ ਆਫ ਡਿਬੇਟ ਦੇਖੋ, ਕੱਲ ਮੇਰੇ ਨਾਲ ਸਪੀਕਰ ਨੇ ਰੋਬਰੀ ਕੀਤੀ ਹੈ, ਚੋਰੀ ਕੀਤੀ ਹੈ। ਪਰਸੋਂ 7 ਤਰੀਕ ਨੂੰ ਗਵਰਨਰ ਭਾਈ ਮੈਂ ਕਿਹਾ ਲੈਵਲ ਆਫ ਡਿਬੇਟ ਦਾ ਇਹਨਾਂ ਨੇ ਮਿਆਰ ਹੀ ਕਰਾ ਦਿੱਤਾ ਬਹੁਤ ਬੁਰੀ ਤਰ੍ਹਾਂ ਨਾਲ। ਇਹ ਤਾਂ ਧਾਲੀਵਾਲ ਨਹੀਂ, ਪਹਿਲੀ ਗੱਲ ਤਾਂ ਉਹਦਾ ਝੂਠ ਹੈ ਨਾ। ਕੱਲ 7 ਤਰੀਕ ਨੂੰ ਉਹਨੇ ਕਿਹਾ ਕਿ ਮੈਂ ਤਾਂ ਟਵਿੱਟਰ ਤੇ ਹੈ ਨਹੀਂ, ਇਹ ਪਤਾ ਨਹੀਂ ਤਵਿੱਤਰ ਤਵੁੱਤਰ ਕੀ ਖੇਡਦੇ ਨੇ, ਮੈਂ ਤਾਂ ਪ੍ਰੈਕਟੀਕਲ ਬੰਦਾ ਵਾਂ, ਇਹ ਤਵਿੱਤਰ ਤਵੁੱਤਰ ਖਹਿਰਾ ਸਾਹਿਬ ਨੂੰ ਪਤਾ। ਦੈਨ ਆਈ ਰਿਅਲਾਈਜ਼, ਸ਼ਾਮ ਨੂੰ ਮੈਨੂੰ ਲੋਕਾਂ ਨੇ ਫੋਨ ਕਰਕੇ ਕਿਹਾ, ਉਹ ਕਹਿੰਦੇ ਜੀ ਇਹ ਝੂਠ ਬੋਲ ਗਿਆ ਵਿਧਾਨ ਸਭਾ 'ਚ, ਟਵਿੱਟਰ ਦੇ ਉੱਤੇ ਆ। ਔਰ ਜਦੋਂ ਮੈਂ ਹੋਰ ਦੇਖਿਆ ਥੋੜਾ ਜਿਹਾ, ਹੁਣ ਮੈਂ ਦੇਖਣ ਲੱਗੇ ਸ਼ਾਇਦ ਟਾਈਮ ਲੱਗ ਸਕਦਾ, ਜਦੋਂ ਮੈਂ ਮਾੜਾ ਜਿਹਾ ਹੋਰ ਦੇਖਿਆ ਤੇ ਇਹਨੇ ਮੈਨੂੰ ਬਲੌਕ ਵੀ ਕੀਤਾ ਹੋਇਆ ਟਵਿੱਟਰ ਦੇ ਉੱਤੇ। ਉਹ ਸ਼ਾਇਦ ਲੱਭਣ ਨੂੰ ਇਮੇਜ ਲੱਭ ਗਈ, ਆ ਦੇਖੋ, ਇਹ ਮੇਰੇ ਅਕਾਊਂਟ ਨੂੰ ਬਲੌਕ ਕੀਤਾ। ਆ ਦੇਖੋ ਜੋਧਾ, ਝੂਠਾ ਜੋਧਾ, ਜਿਹੜਾ ਪਹਿਲਾਂ ਕਹਿੰਦਾ ਆਈ ਡੂ ਨਾਟ ਯੂਜ਼ ਟਵਿੱਟਰ, ਫਿਰ ਉਹ ਤੋਂ ਐਕਸਟੈਂਟ ਦੇਖੋ ਕਿ ਆਪੋਜੀਸ਼ਨ ਨੂੰ ਬਲੌਕ ਕਰ ਚੁੱਕਾ ਵਾ। ਦੈਟ ਮੀਨਸ, ਔਰ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਤੁਸੀਂ ਟਵੀਟੋ, ਸੌਰੀ ਉਹ ਤਾਂ ਠੀਕ ਬੋਲਦਾ, ਤੁਸੀਂ ਟਵੀਟੋ ਟਵਿੱਟੀ ਖੇਡਦੇ ਆ ਯਾਰ, ਆਪ 24 ਘੰਟੇ ਟਵਿੱਟਰ ਤੇ ਬੈਠਦੇ ਨੇ। ਅਰਵਿੰਦ ਕੇਜਰੀਵਾਲ ਕਰਦਾ ਕਿ ਹੋਰ ਸਾਰੀ ਦਿਹਾੜੀ ਉਹਦੇ ਕੋਲ ਮਹਿਕਮਾ ਤਾਂ ਕੋਈ ਹੈ ਨਹੀਂਗਾ। ਜਿਹੜੀ ਪਾਰਟੀ ਟਵਿੱਟਰ 'ਚੋਂ ਜੰਮੀ ਆ, ਜਿਸ ਪਾਰਟੀ ਨੇ ਮੈਨੂੰ ਲੀਡਰ ਆਫ ਆਪੋਜੀਸ਼ਨ ਟਵਿੱਟਰ ਤੇ ਲਾਇਆ ਵਾ, ਉਹ ਦੂਜਿਆਂ ਨੂੰ ਕਹਿੰਦੇ ਤੁਸੀਂ ਟਵਿੱਟਰ ਕਿਉਂ ਯੂਜ਼ ਕਰਦੇ ਆ। ਸੋ ਇੱਕ ਤਾਂ ਇਹਦੀ ਚੋਰੀ ਫੜੀ ਗਈ ਉੱਥੇ ਸ਼ਰੇਆਮ ਕੁਲਦੀਪ ਧਾਲੀਵਾਲ, ਔਰ ਦੂਸਰਾ ਮੈਂ ਇਹਨਾਂ ਦੇ ਮੈਂ ਹੁਣ ਇਹਨਾਂ ਹਲਕਿਆਂ 'ਚ ਚੱਲਣਾ ਵਾ, ਕੁਲਦੀਪ ਧਾਲੀਵਾਲ ਦੇ ਵੀ ਜਾਣਾ ਵਾ, ਤੇ ਨਾਲ ਜਾਣਾ ਹਰਜੋਤ ਬੈਂਸ, ਜਿਹੜਾ ਇਹ ਬਹੁਤ ਹੰਕਾਰੀ ਮੰਤਰੀ ਹੈ, ਜਿਹੜਾ ਮੈਨੂੰ ਨਿੱਕੀ ਜਿਹੀ ਗੱਲ ਤੇ ਟੈਕਨੀਕਲ ਟਵੀਟ ਤੇ ਮਾਫੀ ਮੰਗੋ ਜੀ, ਮਾਫੀ ਮੰਗੋ। ਮੈਂ ਇਹਨੂੰ ਕਿਹਾ ਵੀ ਤੇਰੇ ਭਗਵੰਤ ਮਾਨ ਨੇ ਗੋਲਡੀ ਬਰਾੜ ਦੀ ਇਨਫੋਰਮੇਸ਼ਨ ਪ੍ਰੈਸ ਕਾਨਫਰੰਸ ਕਰਕੇ ਕਹੀ ਕਿ FBI ਨੇ ਉਹਨੂੰ ਅਮਰੀਕਾ ਕੈਲੀਫੋਰਨੀਆ ਡਿਟੇਨ ਕਰ ਲਿਆ, ਉਹ ਝੂਠ ਸੀਗਾ। ਮੈਂ ਕਿਹਾ ਤੁਹਾਡੇ ਜਿਹੜਾ ਭਗਵੰਤ ਮਾਨ ਨੇ ਮਾਫੀ ਮੰਗੀ ਕਦੀ? ਅੰਦਰ ਜਿਹੜੀਆਂ ਗੱਲਾਂ ਸਾਡੀਆਂ ਹੋ ਰਹੀਆਂ ਸੀਗੀਆਂ। ਦੂਸਰਾ ਸੀਗਾ ਕਿ ਇਹਨਾਂ ਦੋਨਾਂ ਦੇ ਹਲਕਿਆਂ 'ਚ ਮੈਂ ਜਾਊਂਗਾ। ਧਾਲੀਵਾਲ ਦੇ ਹਲਕੇ 'ਚ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਚੱਲ ਰਹੀ ਹੈ, ਜਗਦੇਵ ਖੁਰਦ ਵਿੱਚ, ਸਾਹੋਵਾਲ ਪਿੰਡ ਵਿੱਚ। ਇਹਨੂੰ ਕਿਹਾ ਹੁਣ ਜੇ ਟੋਏ ਪੂਰ ਸਕਦਾ ਪੂਰ ਲਾ, ਮੈਂ ਚੱਲਿਆ ਉੱਥੇ, ਔਰ ਸਾਰਿਆਂ ਪਿੰਡਾਂ 'ਚ ਗੇੜਾ ਕੱਢੂੰਗਾ ਮੈਂ। ਹਰਜੋਤ ਬੈਂਸ ਦੇ ਪਿੰਡ ਭਲਾਨ ਵਿੱਚ, ਹਰਜੋਤ ਬੈਂਸ ਦੇ ਤਰਫ ਮਜਾਰੀ ਵਿੱਚ, ਐਲਗਰਾਂ ਪਿੰਡ ਵਿੱਚ, ਨੂਰਪੁਰ ਬਿੱਦੀ, ਔਰ ਇਹਦੇ ਚਾਚੇ ਨੇ ਜਿਹੜੀ ਬਦਕਲਾਮੀ ਕੀਤੀ ਆ, ਕਮਿਊਨਿਸਟਾਂ ਨੇ ਧਰਨਾ ਰੱਖਿਆ 13 ਤਰੀਕ ਨੂੰ, ਮੈਂ ਚੱਲਿਆ ਉੱਥੇ। ਉਹਨਾਂ ਕਿਹਾ ਆ ਜੇ ਬੰਦੇ ਦਾ ਪੁੱਤ ਜਵਾਬ ਦਿਓ ਉੱਥੇ ਆਣ ਕੇ। ਸੋ ਇਹ ਅਸਲ ਕਹਾਣੀ ਕੀ ਆ ਕਿ ਇਹ ਏਡੇ ਝੂਠੇ ਬੰਦੇ ਨੇ। ਇੱਕ ਤਾਂ ਹੁੰਦਾ ਨਾ ਝੂਠ ਬੋਲਣਾ, ਇੱਕ ਹੁੰਦਾ ਬੇਸ਼ਰਮੀ ਨਾਲ ਝੂਠ ਬੋਲਣਾ। ਇਹ ਬੇਸ਼ਰਮੀ ਨਾਲ ਝੂਠ ਬੋਲ ਸਕਦੇ। ਅੱਜ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਮੌਜੂਦ ਹੈ, ਵਿਧਾਨ ਸਭਾ ਤੋਂ ਬਾਹਰ ਨਿਕਲੇ ਨੇ, ਕਾਂਗਰਸ ਵੱਲੋਂ ਵਾਕਆਊਟ ਕੀਤਾ ਗਿਆ ਹੈ। ਸਰ ਕੀ ਕਹਿਣਾ ਸਰ? ਅੱਜ ਵਾਕਆਊਟ ਵੀ ਕੀਤਾ ਗਿਆ, ਹੰਗਾਮਾ ਅੱਜ ਫੇਰ ਹੋਇਆ ਹੈਗਾ। ਹਾਲਾਂਕਿ ਤਲਖੀ ਪਿਛਲੇ ਦਿਨੇ ਵੀ ਕਾਫੀ ਦਿਖਾਈ ਦਿੱਤੀ ਸੀ। ਕਿੱਦਾਂ ਦੇਖਦੇ ਦੇਖੋ, ਪਹਿਲੀ ਗੱਲ ਤਾਂ ਇਹ ਸਮਝੋ ਕਿ ਲੈਵਲ ਆਫ ਡਿਬੇਟ ਜਿਹੜਾ ਪੰਜਾਬ ਵਿਧਾਨ ਸਭਾ ਦਾ, ਇਹਨਾਂ ਨੇ ਬਿਲਕੁਲ ਉਹਨੂੰ ਰੱਦੀ ਕਰ ਦਿੱਤਾ, ਗਿਰਾ ਦਿੱਤਾ ਵਾ। ਇਹ ਉਹੀ ਪਾਰਟੀ ਆ ਜਿਹੜਾ ਆਪੋਜੀਸ਼ਨ ਵਿੱਚ ਕਹਿੰਦੀ ਸੀ ਜੀ ਵਿਧਾਨ ਸਭਾ ਦੀਆਂ ਸਿਟਿੰਗਸ ਵਧਾਓ, ਸਪੀਕਰ ਸਾਹਿਬ ਸਾਨੂੰ ਬੋਲਣ ਨਹੀਂ ਦਿੰਦੇ, ਅੰਦਰੋਂ ਵਾਕਆਊਟ ਕਰਕੇ ਨੱਠ ਕੇ ਆਉਂਦੇ ਸੀਗੇ। ਵਾਕਆਊਟ ਵੀ ਇੱਥੇ ਨਹੀਂ ਸੀ ਕਰਦੇ ਸੜਕ ਤੱਕ, ਇਹ ਵਾਕਆਊਟ ਉਹ ਪਰੇ ਸੈਕਟਰੀਏਟ ਦੇ ਚੌਂਕ ਤੱਕ ਕਰਦੇ ਸੀ ਕਾਲੇ ਚੋਗੇ ਪਾ ਕੇ, ਸਮਝ ਗਏ। ਇਹ ਉਹ ਬੰਦੇ ਨੇ ਜਿਹੜੇ ਕਹਿੰਦੇ ਸੀ ਜੀ ਸਾਨੂੰ ਵਿਧਾਨ ਸਭਾ 'ਚ ਕੰਮ ਨਹੀਂ ਕਰਨ ਦੇ ਰਹੇ ਚੰਗੀ ਤਰ੍ਹਾਂ ਨਾਲ। ਹੁਣ ਤੁਸੀਂ ਦੱਸੋ ਮੈਨੂੰ ਕਿ ਇਹਨਾਂ ਦੇ ਹੱਥ ਸੱਤਾ ਆ ਗਈ। ਆਹ ਜਿਹੜਾ ਬਜਟ ਇਜਲਾਸ ਆ ਪਹਿਲਾਂ ਮੈਂ ਇਹਦਾ ਡਿਟੇਲ ਕਢਾਈ ਆ, ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ 2017 'ਚ ਪਹਿਲਾ ਬਜਟ ਇਜਲਾਸ ਕਰਾਇਆ ਸੀਗਾ, ਉਦੋਂ ਹੋਈਆਂ ਸੀ 14 ਸਿਟਿੰਗਸ ਵਿਧਾਨ ਸਭਾ ਦੀਆਂ, ਹੁਣ ਹੋਈਆਂ ਨੇ ਮਹਿਜ਼ 7 ਸਿਟਿੰਗਸ, ਮਤਲਬ 50% ਟਾਈਮ ਕੱਟ ਦਿੱਤਾ ਵਾ। ਔਰ ਲੈਵਲ ਆਫ ਡਿਬੇਟ ਦੇਖੋ, ਕੱਲ ਮੇਰੇ ਨਾਲ ਸਪੀਕਰ ਨੇ ਰੋਬਰੀ ਕੀਤੀ ਹੈ, ਚੋਰੀ ਕੀਤੀ ਹੈ। ਪਰਸੋਂ 7 ਤਰੀਕ ਨੂੰ ਗਵਰਨਰ ਐਡਰੈਸ ਤੇ ਬੋਲਣ ਲਈ ਸਾਡੀ ਪਾਰਟੀ ਦੇ ਕੋਲ 2 ਦਿਨ ਦਾ 70 ਮਿੰਟ ਟਾਈਮ ਸੀਗਾ। ਪ੍ਰਤਾਪ ਬਾਜਵਾ ਬੋਲਿਆ, ਰਾਜਾ ਵੜਿੰਗ ਬੋਲਿਆ, ਸਾਡੇ 24 ਮਿੰਟ ਰਹਿੰਦੇ ਸੀਗੇ। ਮੈਂ ਜਦੋਂ ਬੋਲਣ ਲਈ ਖੜਾ ਹੋਇਆ, ਮੈਨੂੰ ਆਪ ਇਹਨੇ ਕਿਹਾ ਵਾ ਤੁਸੀਂ ਰਿਕਾਰਡ ਘਟਾਓ, ਮੈਨੂੰ ਕਹਿੰਦਾ ਤੁਸੀਂ ਖਹਿਰਾ ਸਾਹਿਬ ਬੋਲੋ ਗਵਰਨਰ ਐਡਰੈਸ ਤੇ। ਜਦ ਨੂੰ ਭਗਵੰਤ ਸਿੰਘ ਮਾਨ ਨੇ ਇਸ਼ਾਰਾ ਕਰਕੇ ਵਿਧਾਨ ਸਭਾ ਦੇ ਸੈਕਟਰੀ ਨੂੰ ਬੁਲਾ ਲਿਆ ਨੀਚੇ, ਉਹਨੂੰ ਜਾ ਕੇ ਸੁਣਿਆ ਕੰਨ 'ਚ, ਬਿਕੋਜ਼ ਬਾਅਦ ਸਟਾਫ ਨੇ ਦੱਸਿਆ, ਉਹਨੂੰ ਕੰਨ 'ਚ ਫੂਕ ਮਾਰ ਕੇ ਸਪੀਕਰ ਤੇ ਭੇਜਤਾ। ਉਹ ਕਹਿੰਦੇ ਜੀ ਇਹਨੂੰ ਕਹੋ ਖਹਿਰੇ ਨੂੰ ਬੋਲਣ ਨਹੀਂ ਦਿੰਦਾ। ਵਿੱਚ ਬੋਲਦੇ ਨੂੰ ਕਹਿੰਦਾ ਉਧਰ ਭਗਵੰਤ ਮਾਨ ਖੜਾ ਹੋ ਗਿਆ, ਮੇਰਾ ਟਾਈਮ ਕੱਟ ਦਿੱਤਾ।
ਮੈਂ ਵੈਲ ਵਿੱਚ ਜਾ ਕੇ ਬਹੁਤ ਪੁੱਛਿਆ ਕਿ ਤੁਸੀਂ ਤਾਂ ਗੁਰਸਿੱਖ ਹੋ, ਤੁਸੀਂ ਅੰਮ੍ਰਿਤ ਛਕਿਆ ਹੋਇਆ, ਤੁਸੀਂ ਚੋਰੀ ਕਰਦੇ ਹੋ ਮੇਰੇ ਟਾਈਮ ਦੀ, ਦਿਸ ਇਜ਼ ਰੋਬਰੀ, ਦਿਸ ਇਜ਼ ਥੈਫਟ। ਕੋਈ ਜਵਾਬ ਨਹੀਂ ਸੀਗਾ। ਦੈਨ ਅਲਟੀਮੇਟਲੀ ਆਈ ਟੂ ਵਾਕ ਆਊਟ। ਜਿਹੜੀ ਗੱਲ ਮੈਂ ਅੰਦਰ ਰੱਖਣੀ ਸੀ ਮੈਂ ਬਾਹਰ ਆਣ ਕੇ ਅੱਜ ਦੋ ਗੱਲਾਂ ਦੇ ਉੱਤੇ ਵਾਕ ਆਊਟ ਕੀਤਾ ਸੀ। ਮਾਨ ਸਾਹਿਬ ਨੇ ਵੀ ਇੱਥੇ ਤੱਕ ਕਹਿਤਾ ਸੀ ਸ਼ੁਕਰ ਹੈ ਖਹਿਰਾ ਸਾਹਿਬ ਚਲੇ ਗਏ। ਨਹੀਂ, ਕਿੱਦਾਂ ਕਿ ਚੰਗੀ ਗੱਲ ਹੈ ਜੀ, ਜਿਹੜਾ ਆਪ ਹੀ ਕਹੀ ਜਾਂਦਾ ਚੱਲ ਜਾਓ। ਕਦੀ ਕਿਸੇ ਮੁੱਖ ਮੰਤਰੀ ਨੂੰ, ਪ੍ਰਕਾਸ਼ ਸਿੰਘ ਬਾਦਲ ਰਹੇ ਚੀਫ ਮਿਨਿਸਟਰ, ਕੈਪਟਨ ਅਮਰਿੰਦਰ ਸਿੰਘ ਰਹੇ ਚੀਫ ਮਿਨਿਸਟਰ, ਕਦੀ ਉਹਨਾਂ ਨੇ ਆਪੋਜੀਸ਼ਨ ਨੂੰ ਕਿਹਾ ਕਿ ਚੱਲ ਜਾਓ। ਤਾਂ ਹੀ ਮੈਂ ਕਿਹਾ ਲੈਵਲ ਆਫ ਡਿਬੇਟ ਦਾ ਇਹਨਾਂ ਨੇ ਮਿਆਰ ਹੀ ਕਰਾ ਦਿੱਤਾ ਬਹੁਤ ਬੁਰੀ ਤਰ੍ਹਾਂ ਨਾਲ। ਇਹ ਤਾਂ ਧਾਲੀਵਾਲ ਨਹੀਂ, ਪਹਿਲੀ ਗੱਲ ਤਾਂ ਉਹਦਾ ਝੂਠ ਹੈ ਨਾ। ਕੱਲ 7 ਤਰੀਕ ਨੂੰ ਉਹਨੇ ਕਿਹਾ ਕਿ ਮੈਂ ਤਾਂ ਟਵਿੱਟਰ ਤੇ ਹੈ ਨਹੀਂ, ਇਹ ਪਤਾ ਨਹੀਂ ਤਵਿੱਤਰ ਕੀ ਖੇਡਦੇ ਨੇ, ਮੈਂ ਤਾਂ ਪ੍ਰੈਕਟੀਕਲ ਬੰਦਾ ਵਾਂ, ਇਹ ਤਵਿੱਤਰ ਖਹਿਰਾ ਸਾਹਿਬ ਨੂੰ ਪਤਾ। ਦੈਨ ਆਈ ਰਿਅਲਾਈਜ਼, ਸ਼ਾਮ ਨੂੰ ਮੈਨੂੰ ਲੋਕਾਂ ਨੇ ਫੋਨ ਕਰਕੇ ਕਿਹਾ, ਉਹ ਕਹਿੰਦੇ ਜੀ ਇਹ ਝੂਠ ਬੋਲ ਗਿਆ ਵਿਧਾਨ ਸਭਾ 'ਚ, ਟਵਿੱਟਰ ਦੇ ਉੱਤੇ ਆਏ। ਔਰ ਜਦੋਂ ਮੈਂ ਹੋਰ ਦੇਖਿਆ ਥੋੜਾ ਜਿਹਾ, ਹੁਣ ਮੈਂ ਦੇਖਣ ਲੱਗੇ ਟਾਈਮ ਲੱਗ ਸਕਦਾ, ਜਦੋਂ ਮੈਂ ਮਾੜਾ ਜਿਹਾ ਹੋਰ ਦੇਖਿਆ ਤੇ ਇਹਨੇ ਮੈਨੂੰ ਬਲੌਕ ਵੀ ਕੀਤਾ ਹੋਇਆ ਟਵਿੱਟਰ ਦੇ ਉੱਤੇ। ਉਹ ਸ਼ਾਇਦ ਲੱਭਣ ਨੂੰ ਇਮੇਜ ਲੱਭ ਗਈ, ਆ ਦੇਖੋ, ਇਹ ਮੇਰੇ ਅਕਾਊਂਟ ਨੂੰ ਬਲੌਕ ਕੀਤਾ। ਆ ਦੇਖੋ ਜੋਧਾ, ਝੂਠਾ ਜੋਧਾ, ਜਿਹੜਾ ਪਹਿਲਾਂ ਕਹਿੰਦਾ ਆਈ ਡੂ ਨਾਟ ਯੂਜ਼ ਟਵਿੱਟਰ, ਫਿਰ ਉਹ ਤੋਂ ਐਕਸਟੈਂਡ ਦੇਖੋ ਕਿ ਆਪੋਜੀਸ਼ਨ ਨੂੰ ਬਲੌਕ ਕਰ ਚੁੱਕਾ ਵਾ। ਦੈਟ ਮੀਨਸ, ਔਰ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਤੁਸੀਂ ਉਹ ਤਾਂ ਠੀਕ ਬੋਲਦਾ, ਤੁਸੀਂ ਟਵਿੱਟੀ ਖੇਡਦੇ ਆ। ਯਾਰ ਆਪ 24 ਘੰਟੇ ਟਵਿੱਟਰ ਤੇ ਬੈਠਦੇ ਨੇ। ਅਰਵਿੰਦ ਕੇਜਰੀਵਾਲ ਕਰਦਾ ਕਿ ਹੋਰ ਸਾਰੀ ਦਿਹਾੜੀ ਉਹਦੇ ਕੋਲ ਮਹਿਕਮਾ ਤਾਂ ਕੋਈ ਹੈ ਨਹੀਂਗਾ। ਜਿਹੜੀ ਪਾਰਟੀ ਟਵਿੱਟਰ 'ਚੋਂ ਜੰਮੀ ਆ, ਜਿਸ ਪਾਰਟੀ ਨੇ ਮੈਨੂੰ ਲੀਡਰ ਆਫ ਆਪੋਜੀਸ਼ਨ ਟਵਿੱਟਰ ਤੇ ਲਾਇਆ ਵਾ, ਉਹ ਦੂਜਿਆਂ ਨੂੰ ਕਹਿੰਦੇ ਤੁਸੀਂ ਟਵਿੱਟਰ ਕਿਉਂ ਯੂਜ਼ ਕਰਦੇ ਆ। ਸੋ ਇੱਕ ਤਾਂ ਇਹਦੀ ਚੋਰੀ ਫੜੀ ਗਈ ਉੱਥੇ ਸ਼ਰੇਆਮ ਕੁਲਦੀਪ ਧਾਲੀਵਾਲ। ਔਰ ਦੂਸਰਾ, ਮੈਂ ਇਹਨਾਂ ਦੇ ਮੈਂ ਹੁਣ ਇਹਨਾਂ ਦੇ ਹਲਕਿਆਂ 'ਚ ਚੱਲਣਾ ਵਾ, ਕੁਲਦੀਪ ਧਾਲੀਵਾਲ ਦੇ ਵੀ ਜਾਣਾ ਵਾ ਤੇ ਨਾਲ ਜਾਣਾ ਹਰਜੋਤ ਬੈਂਸ, ਜਿਹੜਾ ਇਹ ਬਹੁਤ ਹੰਕਾਰੀ ਮੰਤਰੀ ਆ, ਜਿਹੜਾ ਮੈਨੂੰ ਨਿੱਕੀ ਜਿਹੀ ਗੱਲ ਤੇ ਟੈਕਨੀਕਲ ਟਵੀਟ ਤੇ ਮਾਫੀ ਮੰਗੋ ਜੀ, ਮਾਫੀ ਮੰਗੋ। ਮੈਂ ਇਹਨੂੰ ਕਿਹਾ ਵੀ ਤੇਰੇ ਭਗਵੰਤ ਮਾਨ ਨੇ ਗੋਲਡੀ ਬਰਾੜ ਦੀ ਇਨਫੋਰਮੇਸ਼ਨ ਪ੍ਰੈਸ ਕਾਨਫਰੰਸ ਕਰਕੇ ਕਹੀ ਕਿ FBI ਨੇ ਉਹਨੂੰ ਅਮਰੀਕਾ ਕੈਲੀਫੋਰਨੀਆ ਡਿਟੇਨ ਕਰ ਲਿਆ, ਉਹ ਝੂਠ ਸੀਗਾ। ਮੈਂ ਕਿਹਾ ਤੁਹਾਡੇ ਜਿਹੜਾ ਭਗਵੰਤ ਮਾਨ ਨੇ ਮਾਫੀ ਮੰਗੀ ਕਦੀ? ਅੰਦਰ ਜਿਹੜੀਆਂ ਗੱਲਾਂ ਸਾਡੀਆਂ ਹੋ ਰਹੀਆਂ ਸੀਗੀਆਂ। ਦੂਸਰਾ ਸੀਗਾ ਕਿ ਇਹਨਾਂ ਦੋਨਾਂ ਦੇ ਹਲਕਿਆਂ 'ਚ ਮੈਂ ਜਾਊਂਗਾ। ਧਾਲੀਵਾਲ ਦੇ ਹਲਕੇ 'ਚ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਚੱਲ ਰਹੀ ਆ, ਜਗਦੇਵ ਖੁਰਦ ਵਿੱਚ, ਸਾਹੋਵਾਲ ਪਿੰਡ ਵਿੱਚ। ਇਹਨੂੰ ਕਿਹਾ ਹੁਣ ਜੇ ਟੋਏ ਪੂਰ ਸਕਦਾ ਪੂਰ ਲਾ, ਮੈਂ ਚੱਲਿਆ ਉੱਥੇ ਔਰ ਸਾਰਿਆਂ ਪਿੰਡਾਂ 'ਚ ਗੇੜਾ ਕੱਢੂੰਗਾ ਮੈਂ। ਹਰਜੋਤ ਬੈਂਸ ਦੇ ਪਿੰਡ ਭਲਾਨ ਵਿੱਚ, ਹਰਜੋਤ ਬੈਂਸ ਦੇ ਤਰਫ ਮਜਾਰੀ ਵਿੱਚ, ਐਲਗਰਾਂ ਪਿੰਡ ਵਿੱਚ, ਨੂਰਪੁਰ ਬੇਦੀ। ਔਰ ਇਹਦੇ ਚਾਚੇ ਨੇ ਜਿਹੜੀ ਬਦਕਲਾਮੀ ਕੀਤੀ ਆ, ਕਮਿਊਨਿਸਟਾਂ ਨੇ ਧਰਨਾ ਰੱਖਿਆ 13 ਤਰੀਕ ਨੂੰ, ਮੈਂ ਚੱਲਿਆ ਉੱਥੇ। ਉਹਨਾਂ ਕਿਹਾ ਆ ਜੇ ਬੰਦੇ ਦਾ ਪੁੱਤ ਜਵਾਬ ਦਿਓ ਉੱਥੇ ਆਣ ਕੇ। ਸੋ ਇਹ ਅਸਲ ਕਹਾਣੀ ਕੀ ਆ ਕਿ ਇਹ ਐਡੇ ਝੂਠੇ ਬੰਦੇ ਨੇ। ਇੱਕ ਤਾਂ ਹੁੰਦਾ ਨਾ ਝੂਠ ਬੋਲਣਾ, ਇੱਕ ਹੁੰਦਾ ਬੇਸ਼ਰਮੀ ਨਾਲ ਝੂਠ ਬੋਲਣਾ। ਇਹ ਬੇਸ਼ਰਮੀ ਨਾਲ ਝੂਠ ਬੋਲ ਸਕਦੇ। ਅੱਜ ਕਾਂਗਰਸ ਨੇ 2 ਮੁੱਦਿਆਂ ਤੇ ਵਾਕਆਊਟ ਕੀਤਾ। ਇੱਕ ਸਿੱਧੂ ਮੂਸੇਵਾਲੇ ਦਾ ਇਸ਼ੂ, ਬਲਤੇਜ ਪੰਨੂ ਨੇ, ਅਤੇ ਇੱਕ ਇਹਨਾਂ ਦੀ ਕੋਈ ਡਾਇਰੈਕਟਰ ਪਬਲਿਕ ਰਿਲੇਸ਼ਨ 'ਚ ਕੰਮ ਕਰਦੀ ਆ ਆਯੂਸ਼ੀ ਲੜਕੀ, ਉਹਦਾ ਤਾਂ ਗੁਨਾਹਗਾਰ ਤਾਂ ਭਗਵੰਤ ਵੀ ਆ, ਬਟ ਉਹਦੇ ਬਾਅਦ ਗੱਲ ਕਰਾਂਗੇ। ਆ ਬਲਤੇਜ ਪੰਨੂ ਨੇ ਆਪਣਾ ਟਵੀਟ ਕੀਤਾ 28/5/2022 ਨੂੰ ਕਰਤਾ ਕਿ ਅਸੀਂ ਸੁਖਦੇਵ ਢੀਂਡਸਾ, ਕੁਲਜੀਤ ਨਾਗਰਾ, ਜਗਦੇਵ ਕਮਾਲੂ, ਇੰਦਰਬੀਰ ਜ਼ੀਰਾ, ਸਿੱਧੂ ਮੂਸੇਵਾਲਾ, ਪਰਮਿੰਦਰ ਢੀਂਡਸਾ, ਡੇਰਾ ਮੁਖੀ ਬਿਆਸ ਅਤੇ ਹੋਰਨਾਂ ਦੀ ਸਿਕਿਉਰਿਟੀ ਅਸੀਂ ਵਾਪਸ ਲੈ ਲਈ ਆ। The moment gangsters came to know on the social media, because ਇਹ ਸਾਰੀ ਗੱਲ ਵਾਇਰਲ ਹੋ ਗਈ, ਉਹਨਾਂ ਨੇ ਅਗਲੇ ਦਿਨ ਹੀ 29 ਤਰੀਕ ਨੂੰ ਉਹਦਾ ਕਤਲ ਕਰ ਦਿੱਤਾ ਵਾ। ਕੀ ਬਲਕੌਰ ਸਿੰਘ ਜਿਹੜਾ ਕੱਲ ਇੱਥੇ ਆਣ ਕੇ ਵਿਧਾਨ ਸਭਾ 'ਚ ਮੰਗ ਕਰ ਰਿਹਾ ਕਿ ਬਲਤੇਜ ਪੰਨੂ ਦੇ ਉੱਤੇ ਤੇ ਆਯੂਸ਼ੀ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ, ਕਿ ਉਹਨਾਂ ਦੇ ਉੱਤੇ ਪੁਲਿਸ ਨੂੰ ਇਨਵੈਸਟੀਗੇਟ ਨਹੀਂ ਕਰਨਾ ਚਾਹੀਦਾ? ਇੱਕ ਪਰਿਵਾਰ ਦਾ ਹੋਣਹਾਰ ਬੱਚਾ ਮਰਿਆ ਵਾ, ਉਹਦੇ ਤੇ ਕੋਈ ਇਨਵੈਸਟੀਗੇਸ਼ਨ ਨਹੀਂ ਹੋਣੀ ਚਾਹੀਦੀ? ਅਮਨ ਅਰੋੜਾ ਤੇ ਕੁਲਦੀਪ ਧਾਲੀਵਾਲ ਖੜ ਕੇ ਉੱਥੇ ਅੰਦਰ ਨਾਅਰੇ ਲਾਉਣ ਲੱਗ ਗਏ ਨੇ, ਕਾਂਗਰਸ ਮੁਰਦਾਬਾਦ। ਕਦੀ ਦੇਖਿਆ ਤੁਸੀਂ ਮਿਨਿਸਟਰ ਬੈਂਚਾਂ ਦੇ ਖੜ ਕੇ ਉੱਤੇ ਕਰੀ ਨਾਅਰੇ ਲਾਉਂਦੇ ਹੋਣ? ਉਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਬਲਤੇਜ ਪੰਨੂ ਨੇ ਕਿਸੇ ਦੀ ਸਿਕਿਉਰਿਟੀ ਕਦੀ ਅੱਜ ਤੱਕ ਸੋਸ਼ਲ ਮੀਡੀਆ ਤੇ ਕਿਸੇ ਗਵਰਨਮੈਂਟ ਨੇ ਕਦੀ ਰਿਲੀਜ਼, ਲੀਕ, ਐਕਸਪੋਜ਼ ਨਹੀਂ ਕੀਤੀ ਸੀ। ਸਿਕਿਉਰਿਟੀਆਂ ਵਾਪਸ ਲੈਂਦੇ ਨੇ, ਨੈਵਰ ਸ਼ੇਅਰ ਇਟ। ਦੂਜਾ ਸੀ ਇਸ਼ੂ ਕਿ ਮੇਰੇ ਤੇ ਇਹਨਾਂ ਨੇ ਪਰਸੋਂ ਇਲਜ਼ਾਮ ਲਾਇਆ ਸੀ ਕਿ ਜੀ ਰਾਮਗੜ੍ਹ ਵਿੱਚ ਖਹਿਰਾ ਸਾਹਿਬ ਦੇ ਪਰਿਵਾਰ ਦੇ ਕੋਲ ਜ਼ਮੀਨ ਹੈਗੀ ਆ। ਮੈਂ ਉਦੋਂ ਖੜ ਕੇ ਕਹਿਤਾ ਸੀ ਕਿ ਆ ਜਾਓ, ਸਪੀਕਰ ਸਾਹਿਬ ਨੂੰ ਕਿਹਾ ਕਿ ਬਣਾਓ ਇੱਕ ਵਿਧਾਨ ਸਭਾ ਦੀ ਕਮੇਟੀ, ਵਿੱਚ ਹੀ ਲਵਲੀ ਯੂਨੀਵਰਸਿਟੀ ਦਾ ਇਲਜ਼ਾਮ ਪਾ ਲਓ ਮੇਰਾ, ਵਿੱਚ ਹੀ ਸੀਚੇਵਾਲ ਦਾ ਪਾ ਲਓ, ਤਿੰਨਾਂ ਦੀ ਇੱਕ ਵਿਧਾਨ ਸਭਾ ਦੀ ਕਮੇਟੀ ਬਣਾਓ ਤੇ ਅਗਲੇ ਸੈਸ਼ਨ ਤੋਂ ਪਹਿਲਾਂ ਉਹ ਆਣ ਕੇ ਸਦਨ ਦੇ ਮੇਜ਼ ਦੇ ਉੱਤੇ ਰਿਪੋਰਟ ਰੱਖੇ। ਜਿਹੜਾ ਗੁਨਾਹਗਾਰ ਹੋਊਗਾ ਉਹ ਸਜ਼ਾ ਭੁਗਤੂਗਾ। ਮੈਂ ਸਜ਼ਾ ਭੁਗਤਣ ਲਈ ਤਿਆਰ। ਕਦੀ ਤੁਸੀਂ ਦੇਖਿਆ ਵਾ ਕਿ ਆਪੋਜੀਸ਼ਨ ਦਾ ਬੰਦਾ ਕਹਿ ਰਿਹਾ ਕਿ ਬਣਾਓ ਮੇਰੇ ਖਿਲਾਫ ਕਮੇਟੀ? ਮੈਂ ਕਹਿੰਦਾ ਕਰੋ ਮੇਰੇ ਖਿਲਾਫ ਜਾਂਚ, ਪਰ ਆਪਣੇ 2 ਜਿਹੜੇ ਉਹ 100 ਕਰੋੜ ਰੁਪਏ ਦੀ ਜ਼ਮੀਨਾਂ ਰੱਖ ਕੇ ਬੈਠੇ ਨੇ MP, ਉਹਨਾਂ ਦੇ ਵੀ ਨਾਲ ਜਾਂਚ ਕੀਤੀ ਜਾਵੇ। ਜਦੋਂ ਇਦਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਦਿੰਦੇ, then what else should we do? Should we not walk out? ਜਦੋਂ ਮੈਨੂੰ ਬੋਲਣ ਹੀ ਨਹੀਂ ਦਿੱਤਾ ਕੱਲ, ਕੀ ਮੈਂ ਕਰਾਂ? ਉੱਥੇ ਬੈਠਾ ਰਵਾਂ ਡੈਸਕ ਦੇ ਉੱਤੇ ਗੂੰਗਾ ਬਣ ਕੇ ਬੈਠਾ ਰਵਾਂ? ਦੈਟ ਇਜ਼ ਵਾਈ ਵੀ ਹੈਵ ਟੂ ਵਾਕ ਆਊਟ, ਕਿਉਂਕਿ ਇਹਨਾਂ ਨੇ ਸਦਨ ਦਾ ਜਿਹੜਾ ਮਿਆਰ ਹੈਗਾ ਵਾ ਡਿਸਕਸ਼ਨ ਦਾ, ਉਹਨੂੰ ਬਿਲਕੁਲ
ਨੀਵਾਂ ਸੁੱਟ ਦਿੱਤਾ। ਭਾਜਪਾ ਵੱਲੋਂ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੜਕਾਂ ਦੇ ਉੱਤੇ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਦੇਖੋ ਹਰ ਪਾਰਟੀ ਨੂੰ ਅਧਿਕਾਰ, ਉਹਦੇ ਬਾਰੇ ਮੈਂ ਕੀ ਕਹਿਣਾ ਜੀ। ਪਾਰਟੀ ਮੀਟਿੰਗ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਹੈ ਸਭ ਸਾਂਝੀ। ਇਹ ਤਾਂ ਜਦੋਂ ਕੋਈ ਗੱਲ ਆਊਗੀ ਦੇਖ ਲਾਂਗੇ, ਉਹ ਸਾਡਾ ਫਿਰ ਪਾਰਟੀ ਪ੍ਰੈਜ਼ੀਡੈਂਟ ਡਿਸਾਈਡ ਕਰੇਗਾ। ਤੁਸੀਂ ਮਤਾ ਲਿਆਉਣਾ ਸੀਗਾ ਕਿ ਕੋਈ ਪੰਜਾਬ ਹਾਂ ਅੱਜ ਮੈਂ ਗੱਲ ਰੱਖੀ ਸੀ, ਬੜਾ ਅੱਛਾ ਸਵਾਲ ਪੁੱਛਿਆ ਤੁਸੀਂ। ਅੱਜ ਮੈਨੂੰ ਤਾਂ ਕੋਈ ਜਵਾਬ ਨਹੀਂ ਆਇਆ ਜਿਹੜਾ ਮੈਂ ਪ੍ਰਾਈਵੇਟ ਮੈਂਬਰਸ ਬਿੱਲ ਮੂਵ ਕੀਤਾ ਨਾ, ਕਿ ਕੋਈ ਵੀ ਗੈਰ ਪੰਜਾਬੀ ਬਿਨਾਂ ਸ਼ਰਤ ਤੋਂ ਪੰਜਾਬ ਦਾ ਬਸ਼ਿੰਦਾ ਨਾ ਬਣ ਸਕੇ, ਮਾਲਕ ਨਾ ਬਣ ਸਕੇ, ਵੋਟਰ ਨਾ ਬਣ ਸਕੇ। ਉਹਦੇ ਨਾਲ ਸਾਡਾ ਆਬਾਦੀ ਦਾ ਸੰਤੁਲਨ ਖਤਰੇ 'ਚ ਆ, ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ 3 ਕਰੋੜ ਤੋਂ ਵਿੱਚੋਂ 50 ਲੱਖ ਪੰਜਾਬੀ ਤੋਂ ਜ਼ਿਆਦਾ ਪੰਜਾਬ ਛੱਡ ਕੇ ਵਿਦੇਸ਼ਾਂ ਚਲੇ ਗਿਆ, ਤੇ ਉਧਰੋਂ ਗੈਰ ਪੰਜਾਬੀ ਆਣ ਕੇ ਧੜ ਜ਼ਮੀਨਾਂ ਦੇ ਮਾਲਕ ਬਣ ਰਹੇ ਨੇ। ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਦੇ ਹਿਸਾਬ ਨਾਲ ਉਹਨਾਂ ਨੇ ਕਾਨੂੰਨ ਬਣਾਇਆ ਵਾ ਕਿ ਆਹ ਸਾਡੀਆਂ ਸ਼ਰਤਾਂ ਪੂਰੀਆਂ ਕਰਕੇ ਤੁਸੀਂ ਪੰਜਾਬ ਦਾ ਹਿਮਾਚਲ ਦਾ ਬਸ਼ਿੰਦਾ ਬਣ ਸਕਦੇ। ਰਾਜਸਥਾਨ, ਗੁਜਰਾਤ, ਇਹਨਾਂ ਸਾਰਿਆਂ ਨੇ ਕਾਨੂੰਨ ਬਣਾਏ ਹੋਏ ਨੇ, ਤੇ ਪੰਜਾਬ ਨੂੰ ਵੀ ਕਾਨੂੰਨ ਬਣਾਉਣਾ ਚਾਹੀਦਾ। ਅਸੀਂ ਕਹਿੰਦੇ ਅਸੀਂ ਕਿਸੇ ਨੂੰ ਰੋਕਦੇ ਨਹੀਂ, ਬਾਹਰੋਂ ਆਓ, ਜੀ ਸਦ ਕੇ ਕਮਾਈ ਕਰੋ, ਆਪਣੀ ਜ਼ਿੰਦਗੀ ਬਣਾਓ, ਲੇਕਿਨ ਯੂ ਕੈਨੋਟ ਜਸਟ ਬਿਕਮ ਓਨਰਸ ਆਫ ਪੰਜਾਬ। ਇਹਦੇ ਨਾਲ ਕੀ ਹੋਊਗਾ ਕਿ ਅਗਲੇ 15-20 ਸਾਲ 'ਚ ਪੰਜਾਬੀ ਅਤੇ ਸਿੱਖ ਪੰਜਾਬ ਦੇ ਵਿੱਚ ਹੀ ਘੱਟ ਗਿਣਤੀ 'ਚ ਹੋ ਜਾਣਗੇ, ਤੇ ਗੈਰ ਪੰਜਾਬੀ ਜਿਹੜੇ ਬਾਹਰ। ਇਹ ਹੁਣ ਇਮਤਿਹਾਨ ਦੀ ਘੜੀ ਆ, ਪਤਾ ਲੱਗ ਜੂ ਕਿ ਆਮ ਆਦਮੀ ਪਾਰਟੀ ਕਿੱਥੇ ਖੜੀ ਆ, ਕੀ ਉਹ ਪੰਜਾਬ ਨਾਲ ਖੜੀ ਆ ਕਿ ਗੈਰ ਪੰਜਾਬੀਆਂ ਨਾਲ ਖੜੀ ਆ। ਜਿਹੜੇ ਖਹਿਰਾ ਸਾਹਿਬ ਛਾਪੇ ਮਾਰੀਆਂ ਹੁੰਦੀਆਂ ਨੇ, ਸ਼ਾਹਬਾਜ਼ ਇਹ ਤੁਸੀਂ ਸੁਣਿਆ ਸੁਖਪਾਲ ਸਿੰਘ ਖਹਿਰਾ ਵੱਲੋਂ ਜਿਹੜਾ ਕਿ ਸਰਕਾਰ ਦੇ ਉੱਤੇ ਹਮਲਾ ਕੀਤਾ ਗਿਆ ਲਗਾਤਾਰ, ਚਾਹੇ ਉਹਨਾਂ ਨੂੰ ਬੋਲਣ ਨੂੰ ਲੈ ਕੇ ਹੋਵੇ, ਸਪੀਕਰ ਦੇ ਉੱਤੇ ਵੀ ਹਮਲਾ ਕੀਤਾ ਗਿਆ ਵੀ ਉਹਨਾਂ ਨੇ ਜਿਹੜੀ ਹੈ ਰੋਬਰੀ ਕੀਤੀ ਹੈ ਮੇਰੇ ਟਾਈਮ ਨੂੰ ਲੈ ਕੇ। ਕਾਂਗਰਸ ਪਾਰਟੀ ਕੋਲ ਜੋ ਟਾਈਮ ਸੀਗਾ ਬਕਾਇਆ ਖਹਿਰਾ ਸਾਹਿਬ ਨੇ ਬੋਲਣਾ ਸੀਗਾ, ਉਸ ਨੂੰ ਲੈ ਕੇ ਸਪੀਕਰ ਤੇ ਵੀ ਸਵਾਲ ਦਾਗ ਰਹੇ ਨੇ। ਦਿਨੇ 2 MP ਜਿਹੜੇ ਸੀਚੇਵਾਲ ਸਾਹਿਬ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਾਲੇ, ਉਹਨਾਂ ਦੇ ਉੱਤੇ ਵੀ ਜਿਹੜੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ, ਉਹਨਾਂ ਨੂੰ ਲੈ ਕੇ ਵੀ ਜਿਹੜੇ ਸਵਾਲ ਚੁੱਕ ਰਹੇ ਨੇ। ਹਾਲਾਂਕਿ ਦੇਖਣਾ ਇਹ ਹੋਏਗਾ ਹੁਣ ਅਗਲਾ ਸੈਸ਼ਨ ਜਿਹੜਾ ਹੈ ਕਦੋਂ, ਕੱਲ ਦੀ ਗੱਲ ਜਿਹੜਾ ਸੈਸ਼ਨ ਚੱਲੇਗਾ ਉਹਦੇ ਵਿੱਚ ਕਾਂਗਰਸ ਆਪਣਾ ਕੀ ਰੁਖ ਅਖਤਿਆਰ ਕਰਦੀ ਹੈ। ਕੈਮਰਾਮੈਨ ਪ੍ਰਵੀਨ ਦੇ ਨਾਲ ਵਿਜੇ ਵੋਰਾ, ਸਕਾਈ ਨਿਊਜ਼ ਪੰਜਾਬ, ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੇ ਵਿੱਚ ਕਾਂਗਰਸ ਵੱਲੋਂ ਵਾਕਆਊਟ ਕੀਤਾ ਗਿਆ। ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਨਾਲ ਮੌਜੂਦ ਹੈ। ਹੁਣ ਇੱਕੋ ਵਾਰ ਮੇਰੀ ਸੁਣ ਲਓ, 1 ਮਿੰਟ, ਜਿੰਨੇ ਵੀ ਗੱਲ ਕਰਨੀ ਹੈ ਸਾਰੇ